ਹੋਰ ਸਾਰੇ ਬਾਲਕ ਜਨਮ ਸਮੇਂ ਰੋਂਦੇ ਹਨ, ਪਰ ਇਹ ਅਚਰਜ ਬਾਲਕ ਤਾਂ ਹੱਸ ਰਿਹਾ ਹੈ, ਜਿਵੇਂ ਬੜਾ ਆਨੰਦ ਮਾਣ ਰਿਹਾ ਹੋਵੇ। ਥੋੜੀ ਬੁੱਧੀ ਵਾਲੀ ਦਾਈ ਕਿਵੇਂ ਸਮਝ ਸਕਦੀ ਹੈ ਕਿ ਇਸ ਸੁੰਦਰ ਬਾਲਕ ਨੂੰ ਜਨਮ ਮਰਨ ਦੀ ਪੀੜ ਨਹੀਂ ਹੈ, ਭਾਵ ਉਹ ਜਨਮ ਮਰਨ ਦੀਆਂ ਪੀੜਾਂ ਤੋਂ ਰਹਿਤ ਹੈ। ਦਾਸੀ ਨੇ ਦੌੜ ਕੇ ਬਾਬੇ ਕਾਲੂ ਜੀ ਨੂੰ ਇਹ ਖੁਸ਼ਖਬਰੀ ਸੁਣਾਈ, ਤੁਹਾਨੂੰ ਵਧਾਈ ਹੋਵੇ, ਬੜਾ ਆਨੰਦ ਮੰਗਲ ਹੋਇਆ ਹੈ। ਤੁਹਾਡੇ ਘਰ ਸੁੰਦਰ ਪੁੱਤਰ ਆਇਆ ਹੈ, ਹੁਣ ਅਨੇਕ ਤਰ੍ਹਾਂ ਦੇ ਮੰਗਲ ਕਰੇ। ਜਦ ਕਾਲੂ ਜੀ ਨੇ ਪੁੱਤਰ ਦੇ ਜਨਮ ਦੀ ਖਬਰ ਸੁਣੀ ਤਾਂ ਉਹਨਾਂ ਮਨ ਵਿੱਚ ਬੜਾ ਸੁਖ ਪ੍ਰਾਪਤ ਕੀਤਾ, ਜਿਵੇਂ ਜਨਮ ਦੇ ਕੰਗਾਲ ਦੇ ਘਰ ਕਲਪ ਬਰਿਛ ਉਗ ਪਿਆ ਹੋਵੇ। ਉਹਨਾਂ ਨੇ ਹਿਰਦੇ ਵਿੱਚ ਇੰਨੀ ਖੁਸ਼ੀ ਅਨੁਭਵ ਕੀਤੀ, ਛੇਤੀ ਹੀ ਜਾ ਕੇ ਵੇਦਾਂ ਦੀ ਰੀਤੀ ਅਨੁਸਾਰ ਕੱਪੜਿਆਂ ਸਮੇਤ ਇਸ਼ਨਾਨ ਕੀਤਾ। ਫਿਰ ਪਰਮੇਸ਼ਵਰ ਵੱਲ ਧਿਆਨ ਧਰ ਕੇ ਸਮਾਧੀ ਲਾ ਕੇ ਬੈਠ ਗਏ ਅਤੇ ਦੋਵੇਂ ਹੱਥ ਜੋੜ ਕੇ ਬੰਦਨਾ ਕਰਨ ਲੱਗੇ। ਇਸ ਵਿਧੀ ਅਨੁਸਾਰ ਸਤਿਗੁਰੂ ਜੀ ਨੇ ਇਸ ਜਗਤ ਵਿੱਚ ਅਵਤਾਰ ਧਾਰਿਆ, ਜਿਨ੍ਹਾਂ ਨੇ ਇਸ ਧਰਤੀ ਅਤੇ ਭਗਤਾਂ ਨੂੰ ਸੁਖੀ ਕੀਤਾ। ਅੱਗੇ ਜਿਵੇਂ ਜਿਵੇਂ ਖੁਸ਼ੀਆਂ ਖੇੜੇ ਵਾਪਰਦੇ ਹਨ, ਤੁਸੀਂ ਇਸ ਸੰਸਾਰ ਦੇ ਵੱਡੇ ਵੱਡੇ ਰੋਗਾਂ ਦਾ ਨਾਸ਼ ਕਰਨ ਵਾਲੀ ਕਥਾ ਨੂੰ ਸੁਣਦੇ ਰਹੋ। ਮੈਨੂੰ ਆਪਣੀ ਕਥਾ ਵਿੱਚ ਪੈ ਰਹੇ ਦੇਸ਼ਾਂ ਦੀ, ਜਿਵੇਂ ਆਨੀ ਬੋਲੀ, ਪਿੰਗਲੀ, ਨੰਗੀ, ਮਰੀ ਹੋਈ, ਦੁਰਾਈ, ਅਰਥਹੀਨਤਾ, ਦੇਸ਼ਕਾਲ ਦੇ ਵੈਰ, ਗਨ ਅਗਨ ਦੀ ਸਮਝ ਨਹੀਂ ਆ ਰਹੀ। ਇਸ ਤਰ੍ਹਾਂ ਕਥਾ ਦੇ ਪਖੜਾਂ ਨੂੰ ਨਿਭਾਉਣ ਵਿੱਚ ਜਿਵੇਂ ਕਿ 9 ਰਸਾਂ ਤੇ ਹੋਰ ਭਿੰਨ-ਭਿੰਨ ਪ੍ਰਕਾਰ ਦੇ ਅਲੰਕਾਰਾਂ ਦੇ ਬਿਆਨ ਕਰਨ ਦੇ ਭੇਦ ਨਹੀਂ ਆ ਰਹੇ। ਇਸ ਕਰਕੇ ਮੇਰੀ ਕਥਾ ਵਿੱਚ ਕੋਈ ਗੁਣ ਨਹੀਂ ਹੈ। हे ਗੁਣਵਾਨ ਸੱਜਣ, ਮੈਂ ਆਪ ਕਹਿ ਰਿਹਾ ਹਾਂ, ਤੁਸੀਂ ਜਾਣਦੇ ਹੋ ਕਿ ਮੇਰੀ ਕਥਾ ਅਟਪਟੀ ਤੇ ਹਾਸੋਹੀਣੀ ਹੈ, ਪਰ ਇੱਕ ਗੁਣ ਇਸ ਵਿੱਚ ਜ਼ਰੂਰ ਹੈ ਕਿ ਸੰਤ ਜਨੋ, ਇਸ ਵਿੱਚ ਸਤਿਗੁਰ ਜੀ ਦੀ ਕੀਰਤੀ ਨਿਰਮਲ ਤੇ ਮਨ ਨੂੰ ਪਾਉਣ ਵਾਲੀ ਹੈ। ਗੰਗਾ ਦਰਿਆ ਦਾ ਪ੍ਰਵਾਹ ਵਿੰਗਾ ਟੇਡਾ ਚੱਲਦਾ ਹੈ, ਇਹ ਕੋਈ ਗੁਣ ਨਹੀਂ, ਔਗੁਣ ਹੀ ਹੈ, ਪਰ ਫਿਰ ਵੀ ਲੋਕ ਬੜੇ ਸਤਿਕਾਰ ਨਾਲ ਇਸ ਵਿੱਚ ਇਸ਼ਨਾਨ ਕਰਦੇ ਸਮੇਂ ਉਹ ਇਸ ਦੇ ਔਗੁਣਾਂ ਨੂੰ ਨਹੀਂ ਚਿਤਾਰਦੇ। ਇਸ ਤਰ੍ਹਾਂ ਮੇਰੀ ਕਥਾ ਵਿੱਚ ਛੰਦਾਬੰਦੀ ਵਿੱਚ ਕੁਝ ਔਗੁਣ ਹੋਣਗੇ, ਪਰ ਮੇਰਾ ਪ੍ਰਯੋਜਨ ਸਤਿਗੁਰ ਦੀ ਕੀਰਤੀ ਹੈ। ਇਸ ਲਈ ਵਿਦਵਾਨ ਲੋਕ ਮੇਰੇ ਔਗੁਣਾਂ ਨੂੰ ਚਿਤਾਰਨ ਦੀ ਥਾਂ ਸਤਿਗੁਰੂ ਦੀ ਕੀਰਤੀ ਰੂਪੀ ਰੰਗਾਂ ਵਿੱਚ ਇਸ਼ਨਾਨ ਕਰਨ। ਕਹੇ ਬਾਲਾ ਸ੍ਰੀ ਅੰਗਦ ਸੁਨੀਏ, ਸ੍ਰੀ ਗੁਰੂ ਕਥਾ ਬਿਮਲ ਗੁਣ ਗੁਨੀਏ, ਭਈ ਭੋਰ ਨਿਜ ਦਾਸ ਬੁਲਾਇਆ, ਦਿਜ ਬਰ ਸਦਨ ਜਾਹ ਤੂ ਤਾਇਆ। ਭਾਈ ਬਾਲੇ ਨੇ ਕਿਹਾ, ਗੁਰੂ ਅੰਗਦ ਦੇਵ ਜੀ, ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਿਰਮਲ ਕਥਾ ਸੁਣੋ। ਜਦ ਸਵੇਰ ਹੋਈ ਤਾਂ ਮਹਿਤਾ ਕਾਲੂ ਜੀ ਨੇ ਆਪਣੇ ਨੌਕਰ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, ਤੂੰ ਜਲਦੀ ਬ੍ਰਾਹਮਣ ਦੇ ਘਰ ਜਾ। ਦੇਵਕ ਜੋ ਹਰਿਦਿਆਲ ਪਰਬੀਨਾ, ਅਨਹ ਤਾਨਹਿ ਬਿਲੰਬ ਬਹੀਨਾ, ਸੁਨਤ ਦਾਸ ਬਿਜ ਸਦਨ ਸੁਜਾਈ, ਦਰ ਪਰ ਤਿਸ਼ਟ ਗੁਹਾਰ ਸੁਨਾਈ। ਜਿਹੜਾ ਬ੍ਰਾਹਮਣ ਹਰਦਿਆਲ ਨਿਪੁੰਨ ਜੋਤਸ਼ੀ ਹੈ, ਉਸ ਨੂੰ ਛੇਤੀ ਇੱਥੇ ਬੁਲਾ ਕੇ ਲਿਆਓ। ਇਹ ਸੁਣ ਕੇ ਨੌਕਰ ਬ੍ਰਾਹਮਣ ਦੇ ਘਰ ਵੱਲ ਚਲਾ ਗਿਆ ਅਤੇ ਘਰ ਦੇ ਦਰਵਾਜ਼ੇ ਤੇ ਜਾ ਕੇ ਬ੍ਰਾਹਮਣ ਨੂੰ ਆਵਾਜ਼ ਮਾਰੀ, ਸੂਤਵਾ ਬਚਨ ਵਿਪਰ ਹਰਿਦਿਆਲਾ, ਅਲੈ ਦਰ ਨਿਕਯੋ ਤਤਕਾਲਾ, ਦਿਜੂ ਕਾਲੂ ਮੁਝੇ ਪਠਾਇਆ, ਚਲ ਆਪ ਤਤਕਾਲ ਬੁਲਾਇਆ। ਪੰਡਿਤ ਹਰਦਿਆਲ ਨੇ ਨੌਕਰ ਦੀ ਆਵਾਜ਼ ਸੁਣੀ ਤਾਂ ਝੱਟ ਘਰ ਦੇ ਦਰਵਾਜ਼ੇ ਤੋਂ ਬਾਹਰ ਨਿਕਲਿਆ। ਨੌਕਰ ਨੇ ਕਿਹਾ, हे ਪੰਡਿਤ ਜੀ, ਮਹਿਤਾ ਕਾਲੂ ਜੀ ਨੇ ਮੈਨੂੰ ਤੁਹਾਡੇ ਵੱਲ ਭੇਜਿਆ ਹੈ, ਤੁਸੀਂ ਉਹਨਾਂ ਦੇ ਘਰ ਚਲੋ, ਉਹਨਾਂ ਫੌਰਨ ਬੁਲਾਇਆ ਹੈ। ਕਹੇ ਦਿਜਹੋ ਆਵੋ ਕਰ ਪੂਜਾ, ਬੌਰ ਕਰੋ ਨਹ ਕਾਰਜ ਦੂਜਾ, ਸੁਨ ਉੱਤਰ ਕੋ ਤੇ ਚਿੰਦਾਸਾ, ਕਾਲੂ ਪਾਸ ਕਰੀ ਅਰਦਾਸਾ। ਬ੍ਰਾਹਮਣ ਕਹਿਣ ਲੱਗਾ, ਮੈਂ ਪੂਜਾ ਕਰਕੇ ਆਉਂਦਾ ਹਾਂ, ਹੋਰ ਮੈਂ ਦੂਜਾ ਕੋਈ ਕੰਮ ਨਹੀਂ ਕਰਾਂਗਾ। ਬ੍ਰਾਹਮਣ ਦਾ ਉੱਤਰ ਸੁਣ ਕੇ ਨੌਕਰ ਘਰ ਨੂੰ ਚਲਾ ਗਿਆ ਤੇ ਮਹਿਤਾ ਕਾਲੂ ਜੀ ਪਾਸ ਬੇਨਤੀ ਕੀਤੀ। ਪੰਜਵੀਂ ਘੜੀ ਪੂਜਾ ਕਰਕੇ ਬ੍ਰਾਹਮਣ ਸ਼ੁਭ ਸ਼ਗਨ ਵਿਚਾਰ ਕੇ ਆਇਆ ਅਤੇ ਮਹਿਤਾ ਕਾਲੂ ਜੀ ਨੂੰ ਅਸ਼ੀਰਵਾਦ ਦਿੱਤਾ। ਉਤਸ਼ਾਹ ਵੇਖ ਕੇ ਉਹ ਬਹੁਤ ਪ੍ਰਸੰਨ ਹੋਇਆ। ਬ੍ਰਾਹਮਣ ਨੂੰ ਉਹ ਵਿਹੜੇ ਵਿੱਚ ਲੈ ਗਿਆ ਅਤੇ ਬੜੇ ਆਦਰ ਨਾਲ ਆਸਣ ਡਾਹਿਆ। ਬੜੇ ਪ੍ਰੇਮ ਨਾਲ ਉਸ ਨੂੰ ਬੈਠਾ ਅਤੇ ਆਪ ਵੀ ਮੰਜੇ ਤੇ ਉਸ ਦੇ ਕੋਲ ਹੀ ਬੈਠ ਗਿਆ। ਕਹੇ ਕਾਲ ਸ਼੍ਰੋਨ ਦਿਜਿੰਦੂ, ਦਯੋ ਸਦਨ ਮਮਤਾਤ ਗੁਬਿੰਦੂ, ਮੁਝ ਪਰ ਨਿਜ ਅਨੁਕੰਪਾ ਧਾਰ, ਸੋਧ ਮਹੂਰਤ ਲਗਨ ਵਿਚਾਰ। ਮਹਿਤਾ ਕਾਲੂ ਜੀ ਕਹਿਣ ਲੱਗੇ, ਕਿ ਸ੍ਰੇਸ਼ਟ ਬ੍ਰਾਹਮਣ, ਮੇਰੀ ਗੱਲ ਸੁਣੋ। ਪ੍ਰਭੂ ਨੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ, ਮੇਰੇ ਤੇ ਕਿਰਪਾ ਕਰੋ ਅਤੇ ਸੋਧ ਕੇ ਲਗਨ ਅਤੇ ਮਹੂਰਤ ਤੇ ਵਿਚਾਰ ਕਰੋ। ਭੇਦ ਸ਼ੁਭਾਸ਼ੁਭ ਸਭ ਲਖੇ ਲੀਜੈ, ਪਵਪਤਰੀ ਇਸਕੀ ਲਿਖ ਦੀਜੈ।
ਕੁੰਕਮ ਕਾਗਦ ਕਾਲੂ ਅਨ ਗਣਪਤੀ ਪੂਜ ਗਿਰੈਨ ਸਨਮਾਨ। ਚੰਗੇ ਮੰਦੇ ਦੇ ਭੇਤ ਨੂੰ ਸਮਝ ਲਵੋ ਅਤੇ ਬਾਲਕ ਦੀ ਜਨਮ ਪੱਤਰੀ ਲਿਖ ਦੇਵੋ। ਫਿਰ ਮਹਿਤਾ ਕਾਲੂ ਜੀ ਨੇ ਕੇਸਰ ਅਤੇ ਕਾਗਜ਼ ਲਿਆਂਦਾ ਅਤੇ ਗਣਪਤੀ ਦੀ ਪੂਜਾ ਕਰਕੇ ਗ੍ਰਹਿਆਂ ਨੂੰ ਸਨਮਾਨਿਆ। ਬਾਲਕ ਸ਼ਬਦ ਲੋਇ ਜੋ ਜਨਮਾ ਸੋ ਸ਼ਬਦ ਸੁਨਾਉਨ ਵਨਮਾ। ਭਇਓ ਕਾਲ ਕਿਸ ਜਨਮ ਸੁਨਾਵਾ ਬੂਝੋ ਤਾਏ ਹਜ਼ੂਰ ਬੁਲਾਵਾ। ਬ੍ਰਾਹਮਣ ਕਹਿਣ ਲੱਗਾ, ਬਾਲਕ ਨੇ ਜੋ ਸ਼ਬਦ ਲੈ ਕੇ ਜਨਮ ਲਿਆ ਹੈ ਉਹੀ ਸ਼ਬਦ ਮੇਰੇ ਕੰਨਾਂ ਵਿੱਚ ਪਾਓ। ਕਿਸ ਵਕਤ ਬਾਲਕ ਨੇ ਜਨਮ ਲਿਆ ਉਹ ਸਮਾਂ ਮੈਨੂੰ ਦੱਸੋ। ਦਾਈ ਨੂੰ ਬੁਲਾ ਕੇ ਇਹ ਸਭ ਕੁਝ ਪੁੱਛੋ। ਸ੍ਰੀ ਨਾਨਕ ਕੀ ਦੌਲਤ ਦਾਈ ਸੋ ਕਾਲੂ ਤਤਕਾਲ ਬੁਲਾਈ। ਪਠੇ ਦਾਸ ਸਭ ਸੋਜ ਮੰਗਾਈ ਜੋ ਜੋ ਦਿਜਬਰ ਦੀਨ ਰਜਾਈ। ਗੁਰੂ ਨਾਨਕ ਦੇਵ ਜੀ ਦੀ ਦਾਈ ਦਾ ਨਾਂ ਦੌਲਤਾ ਸੀ। ਸਾਰੇ ਉਸ ਨੂੰ ਦੌਲਤਾਂ ਦਾਈ ਕਹਿੰਦੇ ਸਨ। ਉਸ ਨੂੰ ਮਹਿਤਾ ਕਾਲੂ ਜੀ ਨੇ ਤੁਰੰਤ ਬੁਲਾ ਲਿਆ। ਨੌਕਰ ਨੂੰ ਭੇਜ ਕੇ ਸਭ ਸਮੱਗਰੀ ਮੰਗਵਾਈ। ਉਹ ਸਭ ਚੀਜ਼ਾਂ ਲਿਆਦੀਆਂ ਜਿਨ੍ਹਾਂ ਨੂੰ ਲਿਆਉਣ ਲਈ ਬ੍ਰਾਹਮਣ ਨੇ ਆਗਿਆ ਕੀਤੀ। ਗ੍ਰਹਿ ਪੂਜਣ ਦੀਆਂ ਸਾਰੀਆਂ ਵਸਤਾਂ ਮਹਿਤਾ ਕਾਲੂ ਜੀ ਉੱਥੇ ਲੈ ਆਏ। ਫਿਰ ਬ੍ਰਾਹਮਣ ਦੇ ਪਾਸ ਬੈਠ ਕੇ ਉਹਨਾਂ ਇਹ ਬਚਨ ਕਹੇ, ਘਟੀ ਇੱਕ ਦੋ ਜਾਮ ਤ੍ਰਿਜਾਮਾ ਖਿਤੀ ਹੁਤੀ ਜਿਸ ਭਾਵ ਅਬਿਰਾਮਾ। ਕੌਣ ਸ਼ਬਦ ਲੈ ਉਪਯੋ ਬਾਲਕ ਤਾਏ ਬਤਾਵ ਸੋ ਤਤਕਾਲਿਕਾ। ਇੱਕ ਕੜੀ ਦੇ ਪਹਿਰ ਰਾਤ ਬੀਤੀ ਸੀ ਜਦ ਸੁੰਦਰ ਬਾਲਕ ਨੇ ਜਨਮ ਲਿਆ ਹੈ। ਫਿਰ ਬ੍ਰਾਹਮਣ ਦਾਈ ਨੂੰ ਪੁੱਛਣ ਲੱਗਾ, हे ਦਾਈ ਤੁਰੰਤ ਇਹ ਦੱਸੋ ਬਾਲਕ ਕਿਹੜਾ ਸ਼ਬਦ ਲੈ ਕੇ ਪ੍ਰਕਾਸ਼ਮਾਨ ਹੋਇਆ ਹੈ। ਬੋਲੀ ਬਚਨ ਦੌਲਤਾ ਦਾਈ ਸੁਨੋ ਬ੍ਰਿਤਾਂਤ ਅਹੋ ਦਿਜਰਾਈ। ਬਹੁ ਸਿਸ ਜਨਮੇ ਮਮ ਕਰ ਮਾਹੀ ਯਾ ਅਚਰਜ ਕਥ ਦੇ ਨਾਨਹੀ। ਦੌਲਤਾ ਦਾਈ ਕਹਿਣ ਲੱਗੀ, ਕਿ ਬ੍ਰਾਹਮਣਾਂ ਦੇ ਰਾਜੇ ਪੰਡਿਤ ਜੀ ਇਹ ਬ੍ਰਿਤਾਂਤ ਮੈਥੋਂ ਸੁਣੋ। ਬਹੁਤ ਬਾਲਕਾਂ ਨੇ ਮੇਰੇ ਹੱਥਾਂ ਵਿੱਚ ਜਨਮ ਲਿਆ ਹੈ ਪਰ ਅਜਿਹਾ ਅਚਰਜ ਮੈਂ ਪਹਿਲਾਂ ਕਦੀ ਨਹੀਂ ਵੇਖਿਆ। ਦੀਰਘ ਨਰ ਜਿਉਨ ਬਿਗਸ ਮਿਲੇ ਹੈ ਤਿਉ ਇਨਕੀਨੇ ਸ਼ਬਦ ਭਲੇ ਹੈ। ਸ਼ੁਭ ਲੱਛਣ ਸੁਭ ਅੰਗਨ ਮਾਨਹੀ ਆਨ ਨਰ ਜਿਉਨ ਨਰ ਇਹ ਨਾਨਹੀ। ਵੱਡੇ ਮਨੁੱਖ ਜਿਵੇਂ ਖੁਸ਼ੀ ਨਾਲ ਹੱਸ ਕੇ ਮਿਲੇ ਹਨ ਉਸ ਤਰ੍ਹਾਂ ਇਸ ਬਾਲਕ ਨੇ ਭਲੇ ਸ਼ਬਦ ਕੀਤੇ ਹਨ। ਸ਼ੁਭ ਲੱਛਣ ਅਤੇ ਸ਼ੁਭ ਅੰਗਾਂ ਵਾਲਾ ਇਹ ਬਾਲਕ ਹੋਰ ਬਾਲਕਾਂ ਵਰਗਾ ਬਾਲਕ ਨਹੀਂ ਹੈ। ਸਾਰੀਆਂ ਗੱਲਾਂ ਸੁਣ ਕੇ ਬ੍ਰਾਹਮਣ ਨੇ ਵਿਚਾਰ ਕੇ ਜੋਤਿਸ਼ ਲਾਇਆ। ਸਭ ਨਛੱਤਰ ਸ਼ੁਭ ਸਮੇਂ ਸ਼ੁਭ ਚਿਤ ਅਤੇ ਫਿਰ ਸਭ ਵਾਰ ਨੂੰ ਵਿਚਾਰਿਆ। ਭਲੇ ਲਗਨ ਮੈਂ ਬਾਲਿਕ ਜਨਮਾ ਵਿਦੁਖ ਵਿਚਾਰ ਕਰਤ ਬਹੁ ਮਨਮਾ। ਯਹ ਸਿਸੁ ਹੈ ਅਵਤਾਰੀ ਕੋ ਵੱਡੇ ਭਾਗ ਕਾਲ ਕੋ ਹੋ। ਬਾਲਕ ਨੇ ਭਲੇ ਲਗਨ ਵਿੱਚ ਜਨਮ ਲਿਆ ਹੈ। ਪੰਡਿਤ ਨੇ ਫਿਰ ਮਨ ਵਿੱਚ ਬਹੁਤ ਵਿਚਾਰ ਕੀਤਾ ਅਤੇ ਕਿਹਾ, ਇਹ ਬਾਲਕ ਕੋਈ ਅਵਤਾਰ ਹੈ। ਮਹਿਤਾ ਕਾਲੂ ਜੀ ਵੱਡੇ ਵਡਭਾਗੀ ਹਨ। ਕਹਿ ਬਿਦ ਬਿਸ਼ਨ ਕੇ ਸ਼ਿਵ ਪਾਵਲੀਨੋ ਜਗਤ ਉਦਾਰਨ ਲੱਛਣ ਚੀਨੋ। ਆਤਾ ਪਤਰ ਇਸ ਸੀਸ ਚੁਲਾਰੇ ਪੂਰਬੀ ਨਿਸਾ ਜਨਮ ਭਇਓ ਬਾਰੇ। ਇਹ ਤਾਂ ਵਿਸ਼ਨੂੰ ਜਾਂ ਸ਼ਿਵ ਜੀ ਨੇ ਅਵਤਾਰ ਧਾਰਿਆ ਹੈ। ਇਹ ਲੱਗਦਾ ਹੈ ਕਿ ਜਗਤ ਦਾ ਉਦਾਰ ਕਰਨ ਵਾਸਤੇ ਆਏ ਹਨ। ਇਸ ਦੇ ਸੀਸ ਤੇ ਛਤਰ ਚੁਲੇਗਾ ਕਿਉਂਕਿ ਇਸ ਬਾਲਕ ਨੇ ਪੂਰਬ ਵਾਲੀ ਰਾਤ ਨੂੰ ਜਨਮ ਲਿਆ ਹੈ। ਚੱਕ ਵਰਤੇ ਹੋਵੇ ਭਵ ਮਾਨਹੀ करे दिगम विजय संशय नाही। दर्शन की ओर लालस कीनी देह सफल अपनी दिज चीनी। ਇਹ ਸੰਸਾਰ ਵਿੱਚ ਚੱਕਰਵਰਤੀ ਪਾਤਸ਼ਾਹ ਹੋਵੇਗਾ। ਇਹ ਸੰਸਾਰ ਵਿੱਚ ਦਿਗਵਿਜੇ ਪ੍ਰਾਪਤ ਕਰੇਗਾ। ਇਸ ਵਿੱਚ ਕੋਈ ਸ਼ੰਕਾ ਨਹੀਂ। ਫਿਰ ਬ੍ਰਾਹਮਣ ਨੇ ਬਾਲਕ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ। ਦਰਸ਼ਨ ਕਰਕੇ ਬ੍ਰਾਹਮਣ ਆਪਣੀ ਦੇਹੀ ਸਫਲ ਕਰਨਾ ਚਾਹੁੰਦਾ ਸੀ। ਕਾਲ ਸੋਨ ਪੁਨਦਿਜ ਕਹੀ ਬਾਲਕ ਮੋਹਿ ਦਿਖਾਏ। ਸੁਨ ਕਰ ਦਾਈ ਦੌਲਤਾਂ ਲੀਨੀ ਸਪਦ ਬੁਲਾਏ। ਫਿਰ ਬ੍ਰਾਹਮਣ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਮੈਨੂੰ ਬਾਲਕ ਦੇ ਦਰਸ਼ਨ ਕਰਵਾਓ। ਇਹ ਸੁਣ ਕੇ ਉਹਨਾਂ ਦਾਈ ਦੌਲਤਾਂ ਨੂੰ ਛੇਤੀ ਬੁਲਾ ਲਿਆ। ਬਾਲਕ ਆਨ ਬਿਨ ਕੇ ਪਾਸਾ ਤਾਏ ਗਈ ਸੁਨ ਮਦ ਅਵਾਸਾ। ਜਾਇਓ ਬਾਲਕ ਜਨਨ ਨਾ ਦੇ ਜਿਉਨ ਕਿਰਪਨ ਧਨ ਪ੍ਰੀਤ ਰਖੇ। ਦਾਈ ਦੌਲਤਾਂ ਨੂੰ ਮਹਿਤਾ ਕਾਲੂ ਜੀ ਨੇ ਕਿਹਾ, ਬਾਲਕ ਨੂੰ ਬ੍ਰਾਹਮਣ ਦੇ ਕੋਲ ਲੈ ਆਓ। ਇਹ ਗੱਲ ਸੁਣ ਕੇ ਦਾਈ ਅੰਦਰ ਚਲੀ ਗਈ। ਬਾਲਕ ਦੀ ਮਾਤਾ ਜੀ ਪਾਸੋਂ ਉਸ ਬਾਲਕ ਦੀ ਮੰਗ ਕੀਤੀ ਪਰ ਮਾਤਾ ਜੀ ਨੇ ਬਾਲਕ ਦੇਣ ਤੋਂ ਨਾ ਕਰ ਦਿੱਤੀ, ਜਿਵੇਂ ਕੰਜੂਸ ਧਨ ਨਾਲ ਪ੍ਰੀਤ ਰੱਖਦਾ ਹੈ। ਕਹੇ ਸਰਦ ਰੁੱਤ ਸਰਦੀ ਲਾਗੈ ਮਿਰਦੁਲ ਬਾਲ ਬਾਹਰ ਕਸ ਮੰਗਹਿ। ਬਹੁਰ ਬਿਦੁਖ ਬਾਰੰਬਾਰਾ ਜਾਚਿਓ ਦਿਓ ਤਾਤ ਅਤੇ ਪ੍ਰਯਾਰਾ। ਮਾਤਾ ਜੀ ਕਹਿਣ ਲੱਗੇ, ਸਰਦੀ ਦੀ ਰੁੱਤ ਹੈ, ਬਾਲਕ ਨੂੰ ਸਰਦੀ ਲੱਗ ਜਾਵੇਗੀ। ਕੋਮਲ ਬਾਲਕ ਨੂੰ ਬਾਹਰ ਲੈ ਜਾਣਾ ਕਿਉਂ ਮੰਗਦੇ ਹੋ? ਫਿਰ ਪੰਡਿਤ ਨੇ ਬਾਰ-ਬਾਰ ਬਾਲਕ ਦੀ ਮੰਗ ਕੀਤੀ।
ਮਾਤਾ ਜੀ ਨੇ ਅਖੀਰ ਪਿਆਰੇ ਪੁੱਤਰ ਨੂੰ ਦੌਲਤਾਂ ਨੂੰ ਦੇ ਦਿੱਤਾ। ਲੇਕਰ ਦੌਲਤ ਬਾਹਰ ਆਈ, ਆਨਨ ਆਰਨ ਜਾਤ ਸੁਹਾਈ, ਲਗੂ ਤਨ ਜੋਤ ਵਿਸਾਲ ਬਿਰਾਜ, ਜਿਉਨ ਬਟ ਅਖੇ ਰੂਪ ਲਗੂ ਛਾਜ। ਦਾਈ ਦੌਲਤਾਂ ਬਾਲਕ ਨੂੰ ਲੈ ਕੇ ਬਾਹਰ ਆਈ। ਬਾਲਕ ਦੇ ਮੁਖ ਦੀ ਸ਼ੋਭਾ ਕਮਲ ਦੇ ਫੁੱਲ ਵਾਂਗ ਸੁਹਾ ਰਹੀ ਸੀ। ਛੋਟੇ ਸਰੀਰ ਤੇ ਵਿਸ਼ਾਲ ਜੋੜ ਬਿਰਾਜ ਰਹੀ ਹੈ, ਜਿਵੇਂ ਨਾ ਪੁੱਟੇ ਜਾਣ ਵਾਲਾ ਬੋਹੜ ਦਾ ਛੋਟਾ ਰੂਪ ਫੱਬਦਾ ਹੈ। ਪ੍ਰਯਾਗਰਾਜ ਇਲਾਹਾਬਾਦ ਤੀਰਥ ਤੇ ਇੱਕ ਬੋਹੜ ਦਾ ਦਰਖਤ ਹੈ ਜੋ ਛੋਟਾ ਜਿਹਾ ਹੈ। ਆਖਦੇ ਹਨ ਕਿ ਵੱਡੇ ਵੱਡੇ ਤੂਫਾਨ, ਭੂਚਾਲ ਵੀ ਇਸ ਨੂੰ ਪੁੱਟ ਨਹੀਂ ਸਕੇ। ਬ੍ਰਾਹਮਣ ਬੜਾ ਬੁੱਧੀਮਾਨ ਸੀ, ਉਸਨੇ ਸਾਰੇ ਅੰਗਾਂ ਅਤੇ ਚਿੰਨ੍ਹਾਂ ਦੀ ਪਹਿਚਾਣ ਕੀਤੀ। ਵੇਖ ਕੇ ਉਹ ਦਿਲ ਵਿੱਚ ਬੜਾ ਆਨੰਦਿਤ ਹੋਇਆ ਅਤੇ ਚਤੁਰ ਪੰਡਿਤ ਉੱਠ ਕੇ ਖੜਾ ਹੋ ਗਿਆ। ਉਸ ਦਾ ਮਨ ਪਰਮ ਪ੍ਰੇਮ ਵਿੱਚ ਪਸੀਜ ਗਿਆ। ਮੱਥਾ ਟੇਕ ਕੇ ਆਪਣੇ ਆਪ ਨੂੰ ਧੰਨ ਜਾਣਿਆ। ਜਿਵੇਂ ਭਗਤ ਜਨ ਆਪਣੇ ਇਸਟ ਦੇਵ ਨੂੰ ਦੇਖ ਕੇ ਆਪਣੇ ਦਿਲ ਵਿੱਚ ਬਹੁਤ ਪ੍ਰਸੰਨ ਹੁੰਦੇ ਹਨ।